ਉਚਾਰਨ ਕਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰੋਦਨ ਕੀਟ ਸੁਲਖਨ ਤਾਛਿਨ ਦੀਨ ਗਇਓ ਕਰਮੀ ਪਰ ਧਾਰਾ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਇਤਿਹਾਸ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਬਿਆਨ ਕਰਦੇ ਹਨ ਕਿ ਜਿਸ ਵੇਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਵੇਈ ਨਦੀ ਦੇ ਵਿੱਚ ਪ੍ਰਵੇਸ਼ ਕੀਤੇ ਹਨ, ਸਾਰੇ ਪਾਸ ਪਹੁੰਚੇ ਹਨ, ਸਤਿਗੁਰੂ ਮਹਾਰਾਜ ਨੂੰ ਲੱਭਦੇ ਹਨ। ਕਿਸੇ ਨੂੰ ਵੀ ਸਤਿਗੁਰੂ ਮਹਾਰਾਜ ਦਾ ਕੋਈ ਅਤਾ ਪਤਾ ਨਹੀਂ ਮਿਲਦਾ ਹੈ। ਮਾਤਾ ਸੁਲੱਖਣੀ ਜੀ ਵੀ ਉਸ ਸਥਾਨ ਤੇ ਪਹੁੰਚੇ ਹਨ ਤੇ ਰੋਦਨ ਕੀਨ ਸੁਲੱਖਣ ਤਾਛਿਨ, ਉਸ ਸਮੇਂ ਮਾਤਾ ਸੁਲੱਖਣੀ ਜੀ ਨੇ ਵੀ ਰੋਣਾ ਕੀਤਾ ਹੈ। ਵਿਰਲਾਪ ਕਰਦੇ ਹਨ ਕਿ ਹੇ ਪਤੀ, ਤੁਸੀਂ ਮੈਨੂੰ ਦੁਖੀ ਕਰਕੇ ਦੁੱਖ ਦੇ ਕਰਕੇ ਛੱਡ ਕਰਕੇ ਚਲੇ ਗਏ ਹੋ। ਪੰਕਤ ਤੇ ਪਿਛੜੀ ਨਿਜ ਜਾਇਓ ਪੁਰਲਾਵਤ ਕੂੰਜ ਭਇਓ ਦੁਖ ਭਾਰਾ। ਜਿਵੇਂ ਕੋਈ ਕੂੰਜ ਹੁੰਦੀ ਹੈ ਆਪਣੀ ਡਾਰ ਤੋਂ ਵਿਛੜ ਗਈ ਹੋਵੇ, ਜਿਵੇਂ ਕੂੰਜਾਂ ਦੀ ਡਾਰ ਉੱਡਦੀ ਹੈ ਤੇ ਜਿਵੇਂ ਕੋਈ ਕੂੰਜ ਆਪਣੀ ਡਾਰ ਤੋਂ ਵਿਛੜ ਜਾਵੇ ਤੇ ਬੜਾ ਦੁੱਖ ਪਾਉਂਦੀ ਹੈ, ਉਸੇ ਪ੍ਰਕਾਰ ਬੀਬੀ ਸੁਲੱਖਣੀ ਜੀ ਕੁਰਲਾਉਂਦੇ ਹਨ, ਰੋਂਦੇ ਹਨ, ਵਿਰਲਾਪ ਕਰਦੇ ਹਨ। ਆਪਣੀ ਡਾਰ ਤੋਂ ਵਿਛੜੀ ਹੋਈ ਕੂੰਜ ਦੇ ਵਾਂਗ ਬੜਾ ਦੁੱਖ ਪਾਉਣਾ ਕਰਦੇ ਹਨ। ਕੇਸ ਉਖਾਰਤ ਤਾੜਤ ਹੈ ਔਰ ਭੂਖਨ ਡਾਰਤ ਹਾਰ ਉਤਾਰਾ। ਤੇ ਬੀਬੀ ਸੁਲੱਖਣੀ ਜੀ ਆਪਣੇ ਕੇਸ ਉਖਾਰਤ, ਕੇਸ ਪੁੱਟਦੇ ਹਨ, ਸੀਨੇ ਦੇ ਉੱਪਰ ਹਿਰਦੇ ਦੇ ਵਿੱਚ ਤਾੜਨਾ ਕਰਦੇ ਹਨ। ਭੂਖਨ ਡਾਰਤ ਹਾਰ ਉਤਾਰ, ਜਿਹੜੇ ਗਹਿਣੇ ਪਹਿਨੇ ਹੋਏ ਨੇ, ਹਾਰ ਪਹਿਨੇ ਹੋਏ ਹਨ, ਉਹਨਾਂ ਨੂੰ ਉਤਾਰ ਉਤਾਰ ਕਰਕੇ ਸੁੱਟਦੇ ਹਨ। ਲੋਚਨ ਤੇ ਜਲ ਧਾਰ ਛੁਟੇ ਸਭ ਚੀਰ ਭੇਰੀ ਤਨ ਕੀਨ ਸੰਭਾਰਾ। ਤੇ ਮਾਤਾ ਸੁਲੱਖਣੀ ਜੀ ਦੇ ਨੇਤਰਾਂ ਦੇ ਵਿੱਚੋਂ ਜਲ ਦੀ ਧਾਰ ਛੁੱਟ ਰਹੀ ਹੈ, ਜਲ ਦੇ ਜਿਹੜੇ ਹੰਝੂ ਹਨ ਵਹਿ ਰਹੇ ਹਨ ਤੇ ਆਪਣੇ ਸਰੀਰ ਦੀ ਬੇਬੇ ਸੁਲੱਖਣੀ ਜੀ ਨੂੰ ਕੋਈ ਸੋਝੀ ਨਹੀਂ ਰਹਿ ਗਈ ਹੈ। ਹੇ ਪਤ ਤੇ ਪਿਨ ਭੋਨ ਪਾਸੂ ਨਾ ਸੁਦਾਨ ਕੋ ਥਾਨ ਉਦਾਸ ਲੱਗੇ ਹੈ। ਤੇ ਸਤਿਗੁਰੂ ਗਰੀਬ ਨਵਾਜ ਜੀਆਂ ਨੂੰ ਆਪਣੇ ਪਤੀ ਨੂੰ ਸੰਬੋਧਨ ਕਰਕੇ ਆਖਦੇ ਹਨ, ਹੇ ਪਤੀ ਜੀ, ਆਪ ਜੀਆਂ ਦੇ ਬਿਨਾਂ ਘਰ ਸੁੰਨਾ ਹੋ ਗਿਆ ਹੈ। ਸੁਦਾਨ ਕੋ ਥਾਨ ਉਦਾਸ ਲੱਗੇ ਹੈ। ਜਿਹੜਾ ਦਾਨ ਦੇਣ ਦਾ ਅਸਥਾਨ ਹੈ, ਭਾਵ ਮੋਦੀ ਖਾਨੇ ਦਾ ਸਥਾਨ ਹੈ, ਜਿਹੜੀ ਮੋਦੀ ਦੀ ਕਾਰ ਹੈ, ਹੱਟ ਹੈ, ਜਿੱਥੇ ਆਪ ਦੀ ਨਿਤਾ ਪ੍ਰਤੀ ਸੰਗਤਾਂ ਨੂੰ, ਸਿੱਖਾਂ ਨੂੰ, ਸੇਵਕਾਂ ਨੂੰ ਬੜਾ ਦਾਨ ਦਿੰਦੇ ਸੋ, ਉਹ ਅਸਥਾਨ ਆਪ ਜੀਆਂ ਤੋਂ ਬਿਨਾਂ ਬੜਾ ਉਦਾਸ ਸੁੰਨਾ ਲੱਗਦਾ ਹੈ। ਕੌਣ ਸੁਦੇ ਇਨਕੋ ਤ੍ਰਿਪਤਾਵਾ ਹੈ ਆਨ ਭਿਖਾਰੀ ਕੋ ਪ੍ਰਿਤ ਮੱਗਾ ਹੈ। ਜਿਹੜੇ ਭਿਖਾਰੀ ਬਹੁਤ ਸਾਰੇ ਆਪ ਜੀਆਂ ਦੀ ਹੱਟ ਤੇ ਆ ਕਰਕੇ ਦਾਨ ਮੰਗਦੇ ਹਨ, ਸਤਿਗੁਰੂ ਗਰੀਬ ਨਵਾਜ ਆਪ ਜੀਆਂ ਤੋਂ ਬਿਨਾਂ ਕੌਣ ਇਹਨਾਂ ਨੂੰ ਦਾਨ ਦੇਵੇਗਾ, ਕੌਣ ਇਹਨਾਂ ਨੂੰ ਦਾਨ ਦੇ ਕਰਕੇ ਤ੍ਰਿਪਤ ਕਰੇਗਾ, ਕੌਣ ਨੰਗਿਆਂ ਨੂੰ ਵਸਤਰ ਦੇਵੇਗਾ, ਭੁੱਖਿਆਂ ਨੂੰ ਭੋਜਨ ਦੇਵੇਗਾ। ਆਪ ਕਹਾਂ ਗਏ ਦੀਏ ਬਿਨਾ ਸੋਦਾ ਮ੍ਰਿਤ ਕੇ ਹੇਤ ਨਕ ਉਪਜਿਆ ਹੈ। ਤੇ ਕਹਿੰਦੇ ਹਨ, ਹੇ ਪਤੀ ਜੀ, ਆਪ ਜੀ ਖਬਰ ਦਿੱਤੇ ਬਿਨਾ ਕਿੱਥੇ ਚਲੇ ਗਏ ਹੋ। ਆਪ ਜੀਆਂ ਨੇ ਕੋਈ ਸੋਝੀ ਨਹੀਂ ਦਿੱਤੀ, ਕੋਈ ਖਬਰਸਾਰ ਨਹੀਂ ਦਿੱਤੀ ਤੇ ਮੌਤ ਦਾ ਕੋਈ ਕਾਰਨ ਵੀ ਪੈਦਾ ਨਹੀਂ ਹੁੰਦਾ ਹੈ। ਆਪ ਜੀ ਬਿਨਾਂ ਦੱਸੇ ਕਿੱਧਰ ਨੂੰ ਚਲੇ ਗਏ ਹੋ। ਬਾਰਕ ਤਾਤ ਆਧਾਰ ਨਾਮੋ ਕੋ ਸ਼ੋਕ ਜਗੇ ਔਰ ਧੀਰ ਭਗੈ ਹੈ। ਤੇ ਬੇਬੇ ਸੁਲੱਖਣੀ ਜੀ ਆਖਦੇ ਨੇ, ਹੇ ਬਾਲਕ ਦੇ ਪਿਤਾ ਸ਼੍ਰੀ ਨਾਨਕ ਜੀ, ਮੇਰਾ ਤੇ ਹੋਰ ਕੋਈ ਆਸਰਾ ਵੀ ਨਹੀਂ ਹੈ। ਆਪ ਜੀ ਮੇਰੇ ਹਿਰਦੇ ਵਿੱਚ ਸ਼ੋਕ ਜਗਾ ਕਰਕੇ ਔਰ ਧੀਰ ਭੱਗੇ ਹੈ ਤੇ ਹਿਰਦੇ ਵਿੱਚੋਂ ਮੇਰੇ ਧੀਰਜ ਜਿਹੜਾ ਹੈ ਦੂਰ ਹੋ ਗਿਆ। ਹੁਣ ਮੈਨੂੰ ਕਿਸੇ ਪ੍ਰਕਾਰ ਧੀਰਜ ਨਹੀਂ ਰਹਿ ਗਿਆ ਹੈ, ਧੈਰਜ ਨਹੀਂ ਰਹਿ ਗਿਆ ਹੈ ਤੇ ਹੁਣ ਆਪ ਜੀ ਬਿਨਾਂ ਦੱਸੇ ਕਿੱਧਰ ਗਏ ਹੋ। ਯਾ ਬਿਦ ਸ਼ੋਕ ਗਿਰਾ ਬਹੁ ਪਾਤਨ ਬੋਲਤ ਹੈ ਬਿਰਲਾਪ ਪੁਕਾਰਾ। ਇਸ ਤਰ੍ਹਾਂ ਸ਼ੋਕ ਦੀਆਂ ਗੱਲਾਂ ਕਰਕੇ ਬੇਬੇ ਨਾਨਕੀ ਜੀ, ਬੇਬੇ ਸੁਲੱਖਣੀ ਜੀ
ਬੜਾ ਹੀ ਵਿਰਲਾਪ ਕਰਦੇ ਹਨ, ਰੋਂਦੇ ਹਨ। ਬਾਮ ਫੁਰੈ ਅੰਗ ਸੂਚਕ ਹੈ, ਸ਼ੁਭ ਕਾਰਨ ਕੌਣ ਨਾ ਆਏ ਵਿਚਾਰਾ। ਤੇ ਬੇਬੇ ਸੁਲੱਖਣੀ ਜੀ ਦੇ ਮਨ ਦੇ ਵਿੱਚ ਵਿਚਾਰ ਹੈ ਕਿ ਖੱਬੇ ਜਿਹੜੇ ਅੰਗ ਹਨ ਫੜਕ ਰਹੇ ਹਨ, ਇਹ ਸ਼ੁਭ ਸੰਕੇਤ ਹੁੰਦਾ ਹੈ। ਖੱਬੀ ਅੱਖ ਫੜਕੇ ਤੇ ਕਹਿੰਦੇ ਨੇ ਸ਼ੁਭ ਸੰਕੇਤ ਹੈ। ਇਹ ਜਿਹੜੇ ਖੱਬੇ ਅੰਗ ਫੜਕ ਰਹੇ ਹਨ ਇਹ ਵੀ ਸ਼ੁਭ ਸੰਕੇਤ ਹਨ। ਕਾਰਨ ਕੌਣ ਨਾ ਆਏ ਵਿਚਾਰਾ, ਪਰੰਤੂ ਇਸ ਦਾ ਕਾਰਨ ਕੀ ਹੈ, ਕਿਹੜਾ ਸ਼ੁਭ ਸੰਕੇਤ ਹੈ, ਇਸ ਦੀ ਹਿਰਦੇ ਵਿੱਚ ਵਿਚਾਰ ਨਹੀਂ ਆਉਂਦੀ ਹੈ। ਲੋਕ ਬਿਲਕ ਆਏ ਸਭ ਹੀ ਜਲ, ਡੂਬ ਗਇਓ ਨਹਿ ਦੇ ਨਿਹਾਰਾ। ਜਿੰਨੇ ਵੀ ਲੋਕ ਹਨ ਸਾਰੇ ਵੇਖ ਕਰਕੇ ਆ ਗਏ ਹਨ, ਜਲ ਦੇ ਵਿੱਚ ਵੇਖਣ ਵਾਲੇ ਜਲ ਦੇ ਵਿੱਚ ਭਾਲ ਕੇ ਆ ਗਏ ਨੇ। ਜਿਹੜੇ ਕਿਨਾਰਿਆਂ ਦੇ ਉੱਪਰ ਲੱਭਦੇ ਹਨ, ਕਿਨਾਰਿਆਂ ਦੇ ਉੱਪਰ ਲੱਭ ਕਰਕੇ ਥੱਕ ਚੁੱਕੇ ਹਨ, ਪਰੰਤੂ ਕਿਸੇ ਨੂੰ ਵੀ ਸਤਿਗੁਰੂ ਗਰੀਬ ਨਵਾਜ਼ ਦਾ ਕੋਈ ਪਤਾ ਨਹੀਂ ਲੱਗਿਆ ਹੈ। ਤੇ ਕਿੱਥੇ ਚਲੇ ਗਏ ਹਨ, ਕਿੱਧਰ ਸਤਿਗੁਰੂ ਜੀ ਦਾ ਸਰੀਰ ਗਾਇਬ ਹੋ ਗਿਆ, ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਹੈ। ਹੋਵਤ ਮੋਨ ਭਲੇ ਸੁਖ ਭੋਨ ਕਰੋ, ਅਬ ਕੋਨ ਸੰਦੇਹ ਨਿਵਾਰਾ। ਤੇ ਸਾਰੇ ਹੀ ਚੁੱਪ ਹੋ ਗਏ ਹਨ। ਸਾਰਿਆਂ ਨੂੰ ਹਿਰਦੇ ਵਿੱਚ ਇਸ ਤਰ੍ਹਾਂ ਹੈ ਕਿ ਹੇ ਸੁੱਖਾਂ ਦੇ ਪੌਣ, ਸੁੱਖਾਂ ਦੇ ਘਰ, ਆਪ ਦੀਆਂ ਤੋਂ ਬਿਨਾਂ ਹੇ ਸਤਿਗੁਰੂ ਜੀ ਤੁਹਾਡੇ ਤੋਂ ਬਿਨਾਂ ਕੌਣ ਸਾਡੇ ਸੰਦੇਹ ਸ਼ੰਕੇ ਨਿਵਰਤ ਕਰੇਗਾ, ਦੂਰ ਕਰੇਗਾ। ਸ਼ੋਕ ਕੋ ਸ਼ੋਰ ਸੁਣਿਓ ਚਹੁ ਉਰਦੇ, ਧੀਰਜ ਸ਼ੂਰ ਦਇਓ ਪ੍ਰਸਾਦੀ। ਤੇ ਸਾਰੇ ਪਾਸਿਓਂ ਜਦੋਂ ਬੇਬੇ ਸੁਲੱਖਣੀ ਜੀ ਨੇ ਸ਼ੋਰ ਸੁਣਿਆ ਹੈ, ਸ਼ੋਕ ਸੁਣਿਆ ਹੈ ਕਿ ਸਾਰੇ ਪਾਸੇ ਸ਼ੋਕ ਫੈਲਿਆ ਹੋਇਆ, ਸਾਰੇ ਮਾਤਮ ਬਣਾ ਰਹੇ ਹਨ, ਬੇਬੇ ਸੁਲੱਖਣੀ ਜੀ ਨੇ ਵੀ ਹਿਰਦੇ ਦੇ ਵਿੱਚੋਂ ਧੀਰਜ ਛੱਡ ਦਿੱਤਾ ਹੈ ਤੇ ਛਾਤੀ ਭਰ ਕੇ ਰੋਣ ਲੱਗ ਪਏ ਹਨ। ਨਾਨਕੇ ਹੋਰ ਦਸਾ ਸਭ ਕੇ ਹੁਤ, ਦਾਸੀ ਉਦਾਸ ਦੇ ਆਨ ਸੰਗਾਤੀ। ਤੇ ਬੇਬੇ ਨਾਨਕੀ ਜੀ ਕੇਵਲ ਕਿਸ ਤਰ੍ਹਾਂ ਦੇ ਹਨ ਜਿਨ੍ਹਾਂ ਨੇ ਧੀਰਜ ਨਹੀਂ ਡਲਾਇਆ ਹੈ, ਜਿਹੜੇ ਕਿ ਦੂਜਿਆਂ ਦੀ ਦਸ਼ਾ ਨੂੰ ਦੇਖਦੇ ਹਨ। ਹੋਰ ਜਿਨੇ ਦਾਸ ਤੇ ਦਾਸੀਆਂ ਬੇਬੇ ਨਾਨਕੀ ਜੀ ਦੇ ਨਾਲ ਹਨ, ਹੋਰ ਜਿਹੜੇ ਸੁਲਤਾਨਪੁਰ ਸਾਹਿਬ ਦੇ ਮਨੁੱਖ ਜਿਹੜੇ ਨਾਲ ਹਨ। ਕੰਤ ਪਿਤਾ ਪਨ ਕੰਤ ਬਿਸੁਗਤ, ਸੁੰਦਰ ਕੀ ਤਰੁਨੀ ਬਿਲਲਾਤੀ। ਇਹਨਾਂ ਦੇ ਨਾਲ ਕੰਤ ਪਿਤਾ ਆਪਣੇ ਸਵਾਮੀ ਦੇ ਪਿਤਾ ਬਾਬਾ ਪਰਮਾਨੰਦ ਜੀ, ਆਪਣੇ ਕੰਤ ਭਾਈਆ ਜੈ ਰਾਮ ਜੀ ਤੇ ਆਪਣੀ ਭਰਜਾਈ ਬੇਬੇ ਸੁਲੱਖਣੀ ਜੀ ਨੂੰ ਰੋਂਦਿਆਂ ਹੋਇਆਂ, ਝੂਰਦਿਆਂ ਹੋਇਆਂ, ਵਿਰਲਾਪ ਕਰਦਿਆਂ ਹੋਇਆਂ ਦੇਖ ਕਰਕੇ। ਬਾਹੇ ਗਹੇ ਸੋ ਪ੍ਰਬੋਧਤ ਭੀ ਸੋਪਤ, ਤਜ ਸ਼ੋਕ ਸੁਨੋ ਮਮ ਬਾਤੀ। ਸਾਰਿਆਂ ਦੇ ਬਾਹ ਫੜ ਕਰਕੇ, ਸਾਰਿਆਂ ਨੂੰ ਫੜ ਫੜ ਕਰਕੇ ਬੇਬੇ ਨਾਨਕੀ ਜੀ ਸਮਝਾਉਂਦੇ ਹਨ, ਕਹਿੰਦੇ ਹਨ ਹੇ ਸਮਤ, ਹੇ ਸ੍ਰੇਸ਼ਟ ਮਤ ਵਾਲੇ ਜਨੋ, ਤਜ ਸ਼ੋਕ ਨੂੰ ਛੱਡ ਕਰਕੇ ਮੇਰੀ ਗੱਲ ਸੁਣਨਾ ਕਰੋ, ਧਿਆਨ ਦੇ ਨਾਲ ਮੇਰੀ ਗੱਲ ਸੁਣੋ। ਗਰਭਵਤੀ ਤੁਝ ਦੇਹ ਆਹ, ਬਹੁ ਸੰਕਟ ਦੇਰ ਨਾ ਗਇਓ ਲਖੀਜਾ। ਤੇ ਬੇਬੇ ਨਾਨਕੀ ਜੀ ਬੇਬੇ ਸੁਲੱਖਣੀ ਜੀ ਨੂੰ ਕਹਿ ਰਹੇ ਹਨ ਕਿ ਬੇਬੇ ਸੁਲੱਖਣੀ ਜੀ, ਸਾਰੇ ਸ਼ੋਕ ਨੂੰ ਛੱਡ ਕਰਕੇ ਤੁਸੀਂ ਮੇਰੀ ਗੱਲ ਧਿਆਨ ਦੇ ਨਾਲ ਸੁਣੋ। ਆਪ ਜੀਆਂ ਦਾ ਸਰੀਰ, ਆਪ ਜੀ ਗਰਭਵਤੀ ਹੋ, ਆਪ ਜੀਆਂ ਨੇ ਗਰਭ ਧਾਰਨ ਕੀਤਾ ਹੈ, ਇਸ ਕਰਕੇ ਆਪ ਜੀਆਂ ਨੂੰ ਬਹੁਤਾ ਸੰਕਟ ਦੇਣਾ, ਆਪਣੇ ਸਰੀਰ ਨੂੰ ਬਹੁਤਾ ਦੁੱਖ ਦੇਣਾ, ਇਹ ਤੁਹਾਡੇ ਬੱਚੇ ਦੇ ਵਾਸਤੇ, ਗਰਭ ਦੇ ਵਿੱਚ ਪਲ ਰਹੇ ਬਾਲਕ ਦੇ ਵਾਸਤੇ ਯੋਗ ਨਹੀਂ ਹੋਵੇਗਾ। ਭੇਦ ਕਛੂ ਨਹਿ ਜਾਣਤ ਤਾਹਿ ਕੋ, ਬਾਦ ਹੀ ਸ਼ੋਕ ਆਉ ਚਿਤ ਕਰੀਜਾ। ਆਪ ਜੀ ਕੁਝ ਵੀ ਭੇਦ ਨਹੀਂ ਜਾਣਦੇ ਹੋ, ਸਤਿਗੁਰੂ ਗਰੀਬ ਨਵਾਜ਼ ਜੀਆਂ ਦੇ ਬਾਰੇ ਨਹੀਂ ਜਾਣਦੇ ਹੋ। ਬਾਦ ਹੀ ਸ਼ੋਕ ਔਚਿੰਤ ਕਰੀਜੈ, ਵਿਅਰਥ ਹੀ ਤੁਸੀਂ ਸ਼ੋਕ ਕਰ ਰਹੇ ਹੋ ਤੇ ਵਿਅਰਥ ਹੀ ਚਿੰਤਾ ਕਰ ਰਹੇ ਹੋ। ਧੋਪਤ ਆਏ ਮਿਲਾ ਨਿਸਚਾ ਕਰ, ਸੀਖਿਓ ਮੇਰੀ ਹਿਰਦੈ ਦ੍ਰਿੜ ਲੀਜਾ। ਬੇਬੇ ਨਾਨਕੀ ਜੀ ਬੇਬੇ ਸੁਲੱਖਣੀ ਜੀ ਨੂੰ ਕਹਿੰਦੇ ਨੇ, ਹੇ ਭਰਜਾਈ ਜੀ, ਇਹ ਮੇਰੀ ਸਿੱਖਿਆ ਤੁਸੀਂ ਹਿਰਦੇ ਵਿੱਚ ਦ੍ਰਿੜ ਕਰ ਲਵੋ, ਤੁਹਾਡੇ ਪਤੀ ਤੁਹਾਨੂੰ ਆ ਕਰਕੇ ਜ਼ਰੂਰ ਮਿਲਣਾ ਕਰਨਗੇ। ਇਸ ਤਰ੍ਹਾਂ ਤੁਸੀਂ ਆਪਣੇ ਹਿਰਦੇ ਦੇ ਵਿੱਚ ਦ੍ਰਿੜ ਕਰ ਲੈਣਾ ਕਰੋ। ਉਹ ਕਿਤੇ ਨਹੀਂ ਗਏ ਹਨ, ਉਹਨਾਂ ਨੂੰ ਕੁਝ ਵੀ ਨਹੀਂ ਹੋਇਆ, ਉਹ ਆ ਕਰਕੇ ਤੁਹਾਨੂੰ ਮਿਲਣਾ ਕਰਨਗੇ। ਦੇਨ ਦਿਨਾ ਲਗ ਹੈ ਸੋ ਕੁਮਾਰ, ਉਤਾਰ ਨ ਹਾਰ ਸੰਘਾਰ ਮਨੀਜਾ। ਤੇ ਬੇਬੇ ਨਾਨਕੀ ਜੀ ਕਹਿਣ ਲੱਗੇ ਬੇਬੇ ਸੁਲੱਖਣੀ ਜੀ ਨੂੰ, 3 ਦਿਨਾਂ ਤੱਕ ਕੋਈ ਵੀ ਹਾਰ ਸ਼ਿੰਗਾਰ ਉਤਾਰ ਕਰਕੇ ਸ਼ੋਕ ਨਾ ਮਨਾਉਣਾ ਕਰੋ। ਨਿਸ਼ਚਾ ਹੀ 3 ਦਿਨ ਬਾਅਦ
ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਤੁਹਾਨੂੰ ਆਪ ਆ ਕਰਕੇ ਮਿਲਣਾ ਕਰਨਗੇ। ਏਤ ਸੰਵੇਤ ਕੇ ਸੀਖ ਸੋ ਦੇਤ ਹੈ, ਨਾਨਕੀ ਹੇਰ ਸਪੈ ਪਰਵਾਰੂ। ਸਾਰੇ ਪਰਿਵਾਰ ਨੂੰ ਇਸੇ ਪ੍ਰਕਾਰ ਦੇਖ ਕਰਕੇ ਬੇਬੇ ਨਾਨਕੀ ਜੀ ਬੜੇ ਪ੍ਰੇਮ ਭਾਵਨਾ ਦੇ ਨਾਲ, ਬੜੇ ਪਿਆਰ ਦੇ ਨਾਲ ਸਾਰਿਆਂ ਨੂੰ ਸਮਝਾਉਂਦੇ ਹਨ, ਸਿੱਖਿਆ ਦਿੰਦੇ ਹਨ। ਕੇ ਚਤ ਕਾਲ ਸੁਨੈ ਚੁਪ ਹੋਇ ਕਰ, ਜੇ ਬਚਨਾ ਹਿਤ ਕੇ ਸੁਖ ਕਾਰੂ। ਜਿਹੜੇ ਸੁਣਨ ਵਾਲੇ ਹਨ, ਸਰੋਤੇ ਹਨ, ਕੁਝ ਸਮਾਂ ਚੁੱਪ ਹੋ ਕਰਕੇ ਤੇ ਬੇਬੇ ਨਾਨਕੀ ਜੀ ਦੇ ਬਚਨਾਂ ਨੂੰ ਸੁਣਦੇ ਹਨ, ਗੱਲਾਂ ਨੂੰ ਸੁਣਦੇ ਹਨ। ਮੂਰਤ ਫੇਰ ਸਲੋਨੀ ਚਿਤਾਰੀ ਕੇ ਸ਼ੋਰ, ਉਠੈ ਇੱਕ ਬਾਰ ਕਪਾਰੂ। ਤੇ ਫੇਰ ਸਤਿਗੁਰੂ ਗਰੀਬ ਨਵਾਜ ਜੀਆਂ ਦੀ ਸੁੰਦਰ ਮੂਰਤ ਨੂੰ ਹਿਰਦੇ ਵਿੱਚ ਚਿਤਾਰ ਕਰਕੇ, ਚੇਤੇ ਕਰਕੇ, ਧਿਆਨ ਧਰ ਕੇ ਹਿਰਦੇ ਵਿੱਚ ਇੱਕ ਵਾਰੀ ਦਿਲ ਨੂੰ ਹਿਲਾ ਦੇਣ ਵਾਲਾ, ਕਲੇਜੇ ਨੂੰ ਹਿਲਾਉਣ ਵਾਲਾ ਸ਼ੋਕ ਉੱਠਦਾ ਹੈ ਸਾਰਿਆਂ ਦੇ ਹਿਰਦਿਆਂ ਵਿੱਚੋਂ। ਜੋ ਪੁਰ ਮੈਂ ਸੁਣੈ ਸ਼੍ਰੋਣ ਬਿਖਾ ਸੋ, ਰੋਏ ਉਠਾਇ ਗੁਰ ਭਾਗ ਅਚਾਰ। ਜਿਹੜਾ ਵੀ ਨਗਰ ਦੇ ਵਿੱਚ ਸਤਿਗੁਰੂ ਗਰੀਬ ਨਵਾਜ ਜੀਆਂ ਦੇ ਬਾਰੇ ਆਪਣੇ ਕੰਨਾਂ ਦੇ ਵਿੱਚ ਸੁਣਦਾ ਹੈ, ਉਹ ਛੇਤੀ ਦੇ ਨਾਲ ਰੋ ਉੱਠਦਾ ਹੈ। ਏਉ ਕਮੀਤਾ ਹੁਤੇ ਸੋ ਰੋਤਾ ਹੈ, ਆਪਨ ਪੈ ਮਿਲ ਪੈਸਤ ਪ੍ਰਿਦਾ। ਤੇ ਜਿਹੜੇ ਸਤਿਗੁਰੂ ਗਰੀਬ ਨਵਾਜ ਜੀਆਂ ਦੇ ਕੁਝ ਕੁ ਮਿੱਤਰ ਸਨ, ਜਦੋਂ ਸਤਿਗੁਰੂ ਜੀ ਦੇ ਬਾਰੇ ਸੁਣਦੇ ਹਨ, ਸੁਣ ਕਰਕੇ ਸਤਿਗੁਰੂ ਜੀ ਦੇ ਗੁਣਾਂ ਨੂੰ ਚਿਤਾਰ ਕਰਕੇ ਰੋ ਪੈਂਦੇ ਹਨ, ਦੁਕਾਨ ਦੇ ਉੱਪਰ ਆ ਕਰਕੇ ਬੈਠਣਾ ਕਰਦੇ ਹਨ। ਕੋਕ ਆਨ ਆਵਾਸ ਬਿਖਾ ਕਹਾ, ਬੈਨ ਜੈ ਰਾਮ ਸੋਭਾ ਅਤ ਮੰਦਾ। ਤੇ ਕੁਝ ਕੁ ਸਤਿਗੁਰੂ ਗਰੀਬ ਨਵਾਜ ਜੀਆਂ ਦੇ ਭਾਈਏ ਦੇ ਘਰ ਦੇ ਵਿੱਚ ਆ ਕਰਕੇ ਕਹਿੰਦੇ ਹਨ, ਭਾਈਆ ਜੈ ਰਾਮ ਦੀ ਬੜਾ ਹੀ ਮਾੜਾ ਹੋਇਆ ਹੈ। ਐਸੇ ਅਚਾਨਕ ਰੀਤ ਬਣੀ, ਇਸ਼ਨਾਨ ਕਰੈ ਨਿਤ ਬੇਦਨ ਇੰਦਾ। ਇਹ ਅਚਾਨਕ ਕੈਸੇ ਇਸ ਤਰ੍ਹਾਂ ਦੀ ਰੀਤ ਬਣ ਗਈ, ਕੈਸੇ ਇਸ ਤਰ੍ਹਾਂ ਦਾ ਅਵਸਰ ਬਣ ਗਿਆ। ਨਿਤਾ ਪ੍ਰਤੀ ਤਾਂ ਬੇਦੀਆਂ ਦੇ ਕੁਲ ਦੇ ਸਿਰਮੌਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵੇਈ ਨਦੀ ਦੇ ਵਿੱਚ ਇਸ਼ਨਾਨ ਕਰਦੇ ਸਨ। ਅੱਗੇ ਤਾਂ ਇਸ ਤਰ੍ਹਾਂ ਦਾ ਕੋਈ ਵਰਤਾਰਾ ਵਰਤਿਆ ਨਹੀਂ, ਅੱਜ ਕਿਸ ਤਰ੍ਹਾਂ ਰੀਤ ਬਣ ਗਈ ਹੈ, ਇੱਕਦਮ ਇਹ ਵਰਤਾਰਾ ਵਰਤ ਗਿਆ ਹੈ। ਇਸ ਤਰ੍ਹਾਂ ਆ ਕਰਕੇ ਭਾਈਆ ਜੈ ਰਾਮ ਜੀ ਦੇ ਨਾਲ ਦੁੱਖ ਸਾਂਝਾ ਕਰਦੇ ਹਨ। ਦੇਹ ਬਹੋਰ ਨਾ ਹੱਥ ਲਗੇ, ਬਹੁਕੀਨ ਉਪਾਏ ਹੋਇ ਠਾਂਡ ਨਰਿੰਦਾ। ਖੁਦ ਬਾਦਸ਼ਾਹ ਨੇ ਇਕੱਠਿਆਂ ਹੋ ਕਰਕੇ, ਕੋਲ ਖੜੇ ਹੋ ਕਰਕੇ ਵੀ ਬੜੇ ਉਪਾਅ ਕੀਤੇ, ਬੜੇ ਯਤਨ ਕੀਤੇ ਹਨ, ਪਰੰਤੂ ਉਹਨਾਂ ਦਾ ਸਰੀਰ ਵੀ ਸਾਡੇ ਹੱਥ ਨਹੀਂ ਲੱਗਿਆ ਹੈ। ਦੋਹਰਾ ਇਸ ਪ੍ਰਕਾਰ ਸਭ ਮਾਨ ਕਾ, ਅਚਰਜ ਔਰ ਨਰ ਨਾਰ। ਸਾਰਿਆਂ ਨੇ ਇਸ ਤਰ੍ਹਾਂ ਆਪਣੇ ਹਿਰਦੇ ਦੇ ਵਿੱਚ ਬੜੀ ਹੈਰਾਨੀ ਮੰਨੀ ਹੈ। ਜਿੰਨੇ ਵੀ ਮਨੁੱਖ ਤੇ ਇਸਤਰੀਆਂ ਹਨ, ਜਿਹੜਾ ਵੀ ਕੋਈ ਸੁਣਦਾ ਹੈ, ਹਿਰਦੇ ਵਿੱਚ ਬੜੀ ਹੈਰਾਨੀ ਮੰਨਦਾ ਹੈ। ਕੋਈ ਇੱਕ ਸੋ ਜਸ ਉਚਾਰਹਿ, ਕੋਈ ਇੱਕ ਨਿੰਦ ਹੈ ਕੁਆਰ। ਤੇ ਕੋਈ ਸਤਿਗੁਰੂ ਗਰੀਬ ਨਵਾਜ ਜੀਆਂ ਦਾ ਸੁਜਸ ਉਚਾਰਨ ਕਰਦਾ ਹੈ। ਕੁਝ ਕੁ ਮਨੁੱਖ ਇਸ ਤਰ੍ਹਾਂ ਦੇ ਹਨ, ਜਿਹੜੇ ਸਤਿਗੁਰੂ ਗਰੀਬ ਨਵਾਜ ਜੀਆਂ ਦਾ ਸ੍ਰੇਸ਼ਟ ਜਸ ਉਚਾਰਦੇ ਹਨ, ਤੇ ਕੁਝ ਕੁ ਮਨੁੱਖ ਇਸ ਤਰ੍ਹਾਂ ਦੇ ਹਨ ਜਿਹੜੇ ਕਿ ਮੂਰਖ ਹਨ, ਗਵਾਰ ਹਨ। ਉਹ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਿੰਦਿਆ ਕਰਦੇ ਹਨ। ਸਵਈਆ ਪੁਰ ਰੂਰ ਪਰਾਪੇ ਸਮਾਤ ਹਿਰਦੈ, ਤਨ ਖੋਜ ਰਹੇ ਕਿ ਤਹਾਤ ਨ ਆਇਓ। ਸਾਰੇ ਨਗਰ ਦੇ ਵਿੱਚ ਰੌਲਾ ਪੈ ਗਿਆ ਹੈ, ਬੜਾ ਹੀ ਰੌਲਾ ਪਿਆ ਹੈ। ਸਾਰੇ ਹਿਰਦੇ ਵਿੱਚ ਬੜੇ ਹੈਰਾਨ ਹਨ, ਤਨ ਖੋਜ ਰਹੇ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਰੀਰ ਨੂੰ ਸਾਰੇ ਇੱਧਰ ਉੱਧਰ ਲੱਭ ਰਹੇ ਹਨ, ਪਰੰਤੂ ਕਿਸੇ ਦੇ ਵੀ ਹੱਥ ਨਹੀਂ ਆਏ ਹਨ। ਨਰ ਨਿੰਦਕ ਜੇ ਨਹਿ ਬਿੰਦਕ, ਭੇਦ ਕੋ ਨਿੰਦਤ ਮੋਹਿ ਜਿਨੈ ਕਰ ਸਾਇਓ। ਤੇ ਜਿਹੜੇ ਸਤਿਗੁਰੂ ਗਰੀਬ ਨਵਾਜ ਜੀਆਂ ਦੇ ਨਿੰਦਕ ਹਨ, ਉਹ ਜਿਹੜੇ ਨਿੰਦਕ ਹਨ, ਸਤਿਗੁਰੂ ਜੀ ਦੇ ਭੇਦ ਨੂੰ ਜਾਣਦੇ ਨਹੀਂ ਹਨ। ਉਹ ਸਤਿਗੁਰੂ ਗਰੀਬ ਨਵਾਜ ਜੀਆਂ ਦੀ ਨਿੰਦਿਆ ਕਰਦੇ ਹਨ। ਮੁਖ ਬੈਨ ਅਲਾਏ ਸੁਨਾਈ ਕਹੈ, ਸੋ ਗਵਾਏ ਪਿਤੰਗ ਬਹੋਰੋ ਪਛਤਾਇਓ। ਉਹ ਆਪਣੇ ਮੁਖ ਦੇ ਵਿੱਚੋਂ ਅੰਦਾਜ਼ੇ ਲਾ ਕਰਕੇ ਇਸ ਤਰ੍ਹਾਂ ਬਚਨ ਉਚਾਰਦੇ ਹਨ, ਸਤਿਗੁਰੂ ਜੀ ਦੇ ਪਰਥਾਏ। ਇਸ ਤਰ੍ਹਾਂ ਕਹਿੰਦੇ ਹਨ ਕਿ ਜਿਹੜਾ ਇਹ ਮੋਦੀ ਨਾਨਕ ਹੈ, ਇਹ ਆਪਣਾ ਮੂਲ ਧਨ ਜਿਹੜਾ ਹੈ ਇਹ ਗਵਾ ਕਰਕੇ, ਲੋਕਾਂ ਨੂੰ ਦਾਨ ਦੇ ਕਰਕੇ ਤੇ ਹੁਣ ਬੜਾ ਪਛਤਾਉਂਦਾ ਹੈ। ਹੁਣ ਪਛਤਾਵਾ ਕਰਕੇ ਤੇ ਫਿਰ
ਕਲੇਸ਼ ਪਇਓ ਨਾ ਕਲੇਸ਼ ਨਾ ਹੋਵੇ, ਲੜਾਈ ਨਾ ਹੋਵੇ, ਇਸ ਕਰਕੇ ਮਨ ਯੋ ਸਮਝਾਇਓ, ਮਨ ਨੂੰ ਆਪਣੇ ਸਮਝਾ ਕਰਕੇ। ਜਲ ਡੂਬ ਗਇਓ ਨਿਜ ਪ੍ਰਾਨ ਹੋਇਓ, ਨਾ ਕਲੇਸ਼ ਪਇਓ ਮਨ ਯੋ ਸਮਝਾਇਓ। ਇਸ ਤਰ੍ਹਾਂ ਵਿਚਾਰ ਕਰਕੇ ਜਲ ਦੇ ਵਿੱਚ ਡੁੱਬ ਗਿਆ ਹੈ, ਜਲ ਦੇ ਵਿੱਚ ਡੁੱਬ ਕਰਕੇ ਉਸਨੇ ਆਤਮ ਹੱਤਿਆ ਕਰ ਲਈ ਹੈ ਕਿ ਨਿਜ ਪ੍ਰਾਨ ਹੈ, ਆਪਣੇ ਪ੍ਰਾਣ ਹਰ ਲਏ ਹਨ, ਭਾਵ ਨਾਸ਼ ਕਰ ਲਏ ਨੇ, ਕਿ ਕਿਤੇ ਕਲੇਸ਼ ਨਾ ਹੋਵੇ, ਲੜਾਈ ਨਾ ਹੋਵੇ। ਵਿੱਤ ਦੇ ਥੱਲੇ, ਮੂਲ ਦੇ ਥੱਲੇ, ਕਰਜ਼ ਥੱਲੇ ਦਬ ਕਰਕੇ ਇਸ ਨੇ ਇਸ ਤਰ੍ਹਾਂ ਦਾ ਕਦਮ ਚੁੱਕਿਆ ਹੈ। ਇਸ ਤਰ੍ਹਾਂ ਕਹਿੰਦੇ ਹਨ, ਮਨ ਨੂੰ ਸਮਝਾਉਂਦੇ ਹਨ। ਟੋਟਾ ਵੱਡੋ ਬਿਖ ਰਾਟਾ ਕੇ ਡਰ, ਨਾਹੇ ਟੇਕਿਓ ਟਕ ਟਕ ਕਰੀ ਰਤ। ਤੇ ਟੋਟਾ ਵੱਡੋ ਪਿੱਖ, ਵੱਡਾ ਨੁਕਸਾਨ ਹੋਇਆ ਦੇਖ ਕਰਕੇ, ਬੜੇ ਘਾਟੇ ਨੂੰ ਦੇਖ ਕਰਕੇ, ਰੱਟ ਕੇ ਡਰ, ਰਾਜੇ ਤੋਂ ਡਰਦਿਆਂ ਹੋਇਆ, ਨਵਾਬ ਦੌਲਤ ਖਾਨ ਦੇ ਡਰ ਦੇ ਮਾਰੇ ਇਸ ਨੇ ਨਹਿ ਟਿਕਿਓ, ਟਿਕ ਨਹੀਂ ਸਕਿਆ ਹੈ। ਇਸ ਕਰਕੇ ਇਸ ਤਰ੍ਹਾਂ ਦਾ ਕਦਮ ਚੁੱਕਿਆ ਹੈ। ਟਕ ਟਕ ਕਰੀ ਰਤ, ਪਰਿਵਾਰ ਦੀ ਇਸਨੇ ਟੁਕੜੇ ਟੁਕੜੇ ਕਰਕੇ, ਟੋਟੇ ਟੋਟੇ ਕਰਕੇ ਜਿਹੜੀ ਪ੍ਰੀਤੀ ਹੈ ਨਾਸ਼ ਕਰ ਦਿੱਤੀ ਹੈ, ਮਾਰ ਦਿੱਤੀ ਹੈ। ਤੇ ਇਸ ਤਰ੍ਹਾਂ ਦਾ ਕਦਮ ਚੁੱਕਿਆ ਹੈ। ਟੋਰ ਫਿਰੇ ਤਟ ਔਰ ਘਟ ਘਾਟ, ਕਹਿਓ ਕਿਤ ਬਾਟ ਨਾ ਜਾਣਤ ਕੋ ਗਤ। ਤੇ ਕਹਿੰਦੇ ਹਨ ਕਿ ਉਸ ਨੂੰ ਤਾਂ ਟੋਰ ਫਿਰੇ, ਲੱਭਦੇ ਥੱਕ ਗਏ, ਤਟ ਕਿਨਾਰਿਆਂ ਦੇ ਉੱਪਰ ਪਾਣੀ ਦੇ ਵਿੱਚ ਲੱਭਦੇ ਥੱਕ ਗਏ, ਪਰੰਤੂ ਕਿੱਧਰ ਗਿਆ, ਕਿਹੜੇ ਰਸਤੇ ਨੂੰ ਗਿਆ ਹੈ, ਕਿੱਧਰ ਉਸਦਾ ਸਰੀਰ ਕਿੱਥੇ ਗਿਆ, ਕਿਸੇ ਨੂੰ ਲੱਭਿਆ ਨਹੀਂ ਹੈ। ਓਟ ਗੱਡੀ ਚੜ ਹੈ ਹਟ ਹੈ, ਘਟ ਕਾਨ ਜੈ ਰਾਮ ਸੁਨੇ ਬੰਦਿਆਇਤ। ਇਸ ਤਰ੍ਹਾਂ ਜਿੰਨੇ ਵੀ ਪ੍ਰੇਮੀ ਹਨ, ਨਿੰਦਕ ਹਨ, ਜਿੰਨੇ ਵੀ ਸ਼ਰਧਾ ਵਾਲੇ ਨੇ, ਨਿੰਦਿਆ ਕਰਨ ਵਾਲੇ ਹਨ, ਆਪਣੇ ਹਿਰਦੇ ਦੇ ਵਿੱਚ ਕਈ ਪ੍ਰਕਾਰ ਦੀਆਂ ਗਿਣਤੀਆਂ ਗਿਣਦੇ ਹਨ। ਕੋਈ ਗਿਣਤੀਆਂ ਚੜ੍ਹਦਾ ਹੈ, ਉਤਰਦਾ ਹੈ, ਇਸ ਤਰ੍ਹਾਂ ਅਨੇਕਾਂ ਪ੍ਰਕਾਰ ਦੀ ਗਿਣਤੀਆਂ ਗਿਣਦੇ ਹਨ ਤੇ ਭਾਈਆ ਜੈ ਰਾਮ ਜੀ ਦੇ ਤਾਈ ਸੁਣਾਉਂਦੇ ਹਨ। ਮਾਨੋ ਕਾਵ ਮੈਂ ਲੂਨ ਲਗਾਵਤ, ਸੀਸ ਧਰੈ ਚਿਤ ਖੇਤ ਭਇਓ ਆਤ। ਤੇ ਜਦੋਂ ਆ ਕਰਕੇ ਭਾਈਆ ਜੈ ਰਾਮ ਜੀ ਨੂੰ ਇਹ ਸਾਰੀਆਂ ਗੱਲਾਂ ਸੁਣਾਉਂਦੇ ਨੇ, ਆਪਣੇ ਆਪਣੇ ਅਨੁਮਾਨ ਲਾ ਕਰਕੇ, ਅੰਦਾਜ਼ੇ ਲਾ ਕਰਕੇ ਸੁਣਾਉਂਦੇ ਹਨ। ਤੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਜਿਵੇਂ ਕੋਈ ਜ਼ਖਮ ਦੇ ਉੱਪਰ ਲੂਣ ਪਾ ਦੇਵੇ ਤੇ ਬੜਾ ਹੀ ਦੁੱਖ ਹੁੰਦਾ, ਬੜੀ ਪੀੜਾ ਹੁੰਦੀ ਹੈ। ਉਸੇ ਪ੍ਰਕਾਰ ਭਾਈਆ ਜੈ ਰਾਮ ਜੀ ਨੂੰ ਬੜਾ ਦੁੱਖ ਹੁੰਦਾ ਹੈ ਤੇ ਸੀਸ ਫੇਰ ਕਰਕੇ, ਆਪਣਾ ਸਿਰ ਫੇਰ ਕਰਕੇ ਬੜਾ ਦੁੱਖ ਪਾਉਂਦੇ ਹਨ, ਦੁੱਖਾਂ ਨੂੰ ਮਹਿਸੂਸ ਕਰਦੇ ਹਨ। ਰੋਜ਼ ਫਕੀਰਨ ਕੋ ਜੋ ਖਵਾਵਤ, ਆਵਤ ਨਾਹੀ ਰਸਾਇਨ ਕਾਈ। ਰੋਜ਼ ਜਿਹੜੇ ਫਕੀਰਾਂ ਨੂੰ ਸਤਿਗੁਰੂ ਗਰੀਬ ਨਵਾਜ ਧਨ ਛਕਾਉਣਾ ਕਰਦੇ ਹਨ, ਆਵਤ ਨਾਹੀ ਰਸਾਇਨ ਕਾਈ, ਉਹ ਰਸਾਇਣ ਜਿਹੜੇ ਹਨ ਆਉਣਾ ਨਹੀਂ ਕਰਦੇ ਕਿਸੇ ਪਾਸਿਓਂ ਵੀ। ਭੈ ਨਾ ਕਰਿਓ ਭਵਦਾਨੀ ਭਾਇਓ, ਧਨ ਭੂਪਤ ਭਾਰੀ ਜਾਇਓ ਪੂਰ ਲੁਟਾਈ। ਜਿਹੜੇ ਨਿੰਦਕ ਹਨ ਇਸ ਤਰ੍ਹਾਂ ਨਿੰਦਿਆ ਕਰਦੇ ਹਨ ਕਿ ਜਿਹੜੀਆਂ ਰਸਤਾ ਵਸਤਾ ਹਨ, ਰਸਾਇਣ ਰਸਤਾ ਹਨ, ਇਹ ਕਿੱਧਰੋਂ ਆਉਂਦੀਆਂ ਹਨ, ਇਹ ਕਿਹੜੇ ਪਾਸਿਓਂ ਆਉਂਦੀਆਂ ਸਨ। ਤੇ ਭੈ ਨਾ ਕਰਿਓ, ਹਿਰਦੇ ਵਿੱਚ ਭਵਦਾਨੀ ਭਇਓ, ਸੰਸਾਰ ਦੇ ਉੱਪਰ ਰਾਜੇ ਬਣ ਕੇ, ਵੱਡਾ ਰਾਜਾ ਬਣ ਕੇ, ਦਾਨੀ ਹੋ ਕਰਕੇ ਰਿਹਾ, ਦਾਨ ਕਰਦਾ ਰਿਹਾ, ਆਪਣੇ ਹਿਰਦੇ ਵਿੱਚ ਕਿਸੇ ਦਾ ਡਰ ਨਹੀਂ ਰੱਖਿਆ ਹੈ। ਧਨ ਭੂਪਤ ਭਾਰੀ, ਜਿਉ ਭੂਰ ਲੁਟਾਈ, ਇਸ ਦੇ ਬੜਾ ਹੀ ਰਾਜੇ ਦਾ ਧਨ ਲੁਟਾਉਣਾ ਕੀਤਾ ਹੈ। ਗ੍ਰਾਮ ਕੋ ਨਿੰਦ ਗ੍ਰਾਮ ਕੋ ਰਾਜ ਨਾ ਕਾਜ, ਬਿਆਜ ਕੋ ਆਜ ਕੀ ਇਸ ਕੀ ਪ੍ਰਭਤਾਈ। ਤੇ ਇਸ ਤਰ੍ਹਾਂ ਕਹਿੰਦੇ ਹਨ ਜਿਵੇਂ ਮੰਗਤਿਆਂ ਨੂੰ ਵਿਆਹ ਤੇ ਵੰਡਦੇ ਹਨ, ਇਸ ਤਰ੍ਹਾਂ ਧਨ ਲੁਟਾਇਆ ਹੈ। ਜਿਹੜਾ ਕਿ ਰਾਜਾ ਨਾ ਤੇ ਕੋਈ ਰਾਜਾ ਸੀ ਤੇ ਨਾ ਹੀ ਕੋਈ ਵਿਆਜ ਦਾ ਵਿਹਾਰ ਕਰਨ ਵਾਲੇ ਸਨ, ਇਹਨਾਂ ਦੇ ਪਾਸੋਂ ਕਿੱਧਰੋਂ ਧਨ ਆਉਂਦਾ ਸੀ। ਆਜ ਪਿੱਖੀ ਇਨ ਕੀ ਪ੍ਰਭਤਾਈ, ਕਹਿੰਦੇ ਨੇ ਕਿ ਅੱਜ ਇਹਨਾਂ ਦੀ ਪ੍ਰਭਤਾਈ ਦਿਖੀ ਹੈ। ਕਿੰਨੇ ਕੁ ਪਾਣੀ ਦੇ ਵਿੱਚ ਸਨ, ਕਿੰਨੇ ਕੁ ਧਨ ਵਾਲੇ ਸਨ, ਜਿਹੜੇ ਅੱਜ ਕਰਜ਼ ਦੇ ਥੱਲੇ ਡੁੱਬ ਕਰਕੇ ਵੇਈ ਨਦੀ ਦੇ ਵਿੱਚ ਡੁੱਬ ਗਏ ਹਨ। ਇਸ਼ਨਾਨ ਕਰਨ ਦੇ ਬਹਾਨੇ ਵੇਈ ਨਦੀ ਦੇ ਵਿੱਚ ਬਾਹਰ ਨਹੀਂ ਨਿਕਲਿਆ ਹੈ, ਅੱਜ ਇਸ ਦੀ ਪ੍ਰਭੁਤਾਈ ਨੂੰ ਵੇਖਿਆ ਹੈ। ਇਸ ਤਰ੍ਹਾਂ ਜਿਹੜੇ ਨਿੰਦਕ ਹਨ ਸਤਿਗੁਰੂ ਗਰੀਬ ਨਵਾਜ ਜੀਆਂ ਦੀ ਨਿੰਦਿਆ ਕਰਦੇ ਹਨ। ਆਨਨ ਨਿੰਦਵ ਕੈ ਬਿਨ ਬਿੰਦ, ਮੁਕਾਂਤ ਕੋ ਭੇਦ ਲਖਿਓ ਨਹ ਜਾਈ। ਜਿਹੜੇ ਨਿੰਦਕ ਹਨ ਸਮਝੇ ਬਿਨਾ, ਸਤਿਗੁਰੂ ਜੀ ਦੀ ਗਤ ਨੂੰ, ਮਰਿਆਦਾ ਨੂੰ ਸਮਝੇ ਬਿਨਾ ਹੀ
ਆਪਣੇ ਮੁਖ ਦੇ ਵਿੱਚੋਂ ਇਸ ਤਰ੍ਹਾਂ ਗੰਧ ਬਕਦੇ ਹਨ। ਸਤਿਗੁਰੂ ਗਰੀਬ ਨਿਵਾਜ ਜੀਆਂ ਦੀ ਨਿੰਦਿਆ ਕਰਦੇ ਹਨ। ਸਤਿਗੁਰੂ ਜੀ ਦੇ ਸਰੂਪ ਨੂੰ, ਭੇਦ ਨੂੰ ਜਾਣਦੇ ਨਹੀਂ ਹਨ। ਦੋਹਰਾ ਨਗਰ ਨਰਨ ਪਰਵਾਨ ਪੁਨ ਸਭ ਕੀ ਦਸ਼ਾ ਵਿਚਾਰ। ਤੇ ਫਿਰ ਇਸ ਤਰ੍ਹਾਂ ਨਗਰ ਦੀ, ਮਨੁੱਖਾਂ ਦੀ, ਸਾਰੇ ਪਰਿਵਾਰ ਦੀ ਦਸ਼ਾ ਦੀ ਵਿਚਾਰ ਕਰਕੇ ਦਇ ਰੈਨ ਮਹਿ ਨਾਨਕੀ ਧਰਿਓ ਧਿਆਨ ਸੁਖ ਸਾਰ। ਦੂਜੀ ਰਾਤ, ਇੱਕ ਰਾਤ ਬਤੀਤ ਹੋ ਗਈ ਤੇ ਦੂਸਰੀ ਰਾਤ ਨੂੰ ਬੇਬੇ ਨਾਨਕੀ ਜੀ ਨੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ, ਸੁੱਖਾਂ ਦੇ ਸਾਗਰ ਪਰਮਾਤਮਾ ਦਾ, ਆਪਣੇ ਭਰਾਤਾ ਸ਼੍ਰੀ ਦਾ ਧਿਆਨ ਧਰਿਆ ਹੈ। ਸੋਈਆ ਇਹ ਜਗ ਬੰਦ हे जग बंद प्रभ सुख कंद मुकंद आनंद को दासन दानी। ਤੇ ਬੇਬੇ ਨਾਨਕੀ ਜੀ ਆਪਣੇ ਭਰਾ ਦਾ, ਅਕਾਲ ਪੁਰਖ ਪਰਮਾਤਮਾ ਦਾ ਹਿਰਦੇ ਵਿੱਚ ਧਿਆਨ ਧਰ ਕੇ ਬੇਨਤੀਆਂ ਕਰਦੇ ਹਨ। ਸਾਰੇ ਪਰਿਵਾਰ ਦੀ ਦਸ਼ਾ ਦੇਖ ਕਰਕੇ, ਲੋਕਾਂ ਦੀ ਦਸ਼ਾ ਦੇਖ ਕਰਕੇ ਇਸ ਤਰ੍ਹਾਂ ਕਹਿੰਦੇ ਹਨ, ਹੇ ਜਗਬੰਦ, ਹੇ ਜਗਤ ਸੰਸਾਰ ਦੇ ਬੰਧਨ ਕਰਨ ਯੋਗ ਪਰਮਾਤਮਾ, ਪ੍ਰਭ ਸੁਖ ਕੰਦ, ਹੇ ਸੁਖਾਂ ਦੇ ਮੁੱਢ ਅਕਾਲ ਪੁਰਖ ਵਾਹਿਗੁਰੂ, ਮੁਕਤੀ ਦੇ ਦਾਤੇ ਸਤਿਗੁਰੂ ਜੀ, ਆਨੰਦ ਕੋ ਦਾਸਨ ਦਾਨੀ, ਆਪਣੇ ਦਾਸਾਂ ਨੂੰ, ਸੇਵਕਾਂ ਨੂੰ ਆਨੰਦ ਦੀ ਦਾਤ ਬਖਸ਼ਣ ਵਾਲੇ ਸ਼੍ਰੀ ਕਰਤਾਰ, ਸ਼੍ਰੋਮਣੀ ਕਰਤਾਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ। ਸ਼੍ਰੀ ਕਰਤਾਰ ਮੁਰਾਰ ਅਗਾਰ ਲਿਓ ਅਵਤਾਰ ਸੋ ਮੈਂ ਮਨ ਮਾਨੀ। ਆਪਣੇ ਹਿਰਦੇ ਵਿੱਚ ਮੈਂ ਇਸ ਤਰ੍ਹਾਂ ਮੰਨਦੀ ਹਾਂ ਕਿ ਸ਼੍ਰੋਮਣੀ ਅਕਾਲ ਪੁਰਖ ਵਾਹਿਗੁਰੂ ਮੁਰ ਆਰ, ਮੁਰ ਆਦਿਕ ਦੈਤਾਂ ਦੇ ਵੈਰੀ, ਮੁਰ ਆਦਿਕ ਦੈਤਾਂ ਦਾ ਨਾਸ਼ ਕਰਨ ਵਾਲੇ, ਅਗਾਰ ਪਾਪਾਂ ਦਾ ਨਾਸ਼ ਕਰਨ ਵਾਲੇ ਵਾਹਿਗੁਰੂ ਪਰਮਾਤਮਾ, ਤੁਸੀਂ ਇਸ ਸੰਸਾਰ ਦੇ ਉੱਪਰ, ਇਸ ਭਵਜਲ ਸੰਸਾਰ ਦੇ ਉੱਪਰ ਅਵਤਾਰ ਧਾਰਨ ਕੀਤਾ ਹੈ। ਇਸ ਤਰ੍ਹਾਂ ਮੈਂ ਆਪਣੇ ਹਿਰਦੇ ਵਿੱਚ ਮੰਨਦੀ ਹਾਂ। ਜੇ ਸ਼ਰਦਾ ਮਮ ਸਾਚਰਿਤ ਮਾਹੀ ਤਉ ਪ੍ਰਗਟੇ ਪ੍ਰਭਾਤ ਮਹਾਨੀ। ਤੇ ਫਿਰ ਇਸ ਤਰ੍ਹਾਂ ਕਹਿੰਦੇ ਹਨ ਕਿ ਹੇ ਵਾਹਿਗੁਰੂ ਪਰਮਾਤਮਾ, ਜੇ ਮੇਰੇ ਹਿਰਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਸ਼ਰਧਾ ਹੈ, ਜੇ ਇਹ ਸ਼ਰਧਾ ਸੱਚੀ ਹੈ, ਜੇ ਭਾਵਨਾ ਸੱਚੀ ਹੈ, ਤਾਂ ਸਵੇਰ ਨੂੰ ਆਪ ਜੀ ਇੱਥੇ ਪ੍ਰਗਟ ਹੋ ਕਰਕੇ ਸਾਰਿਆਂ ਨੂੰ ਦਰਸ਼ਨ ਦੇਣਾ ਕਰੋ। ਸ਼ੋਕ ਹਰੋ ਨਿਜ ਲੋਕਨ ਕੋ ਸਹਿ ਸ਼ੋਕ ਕਰੋ ਜੋ ਮੜ ਗਮਾਨੀ। ਹੇ ਵਾਹਿਗੁਰੂ ਪਰਮਾਤਮਾ, ਆਪਣੇ ਲੋਕਾਂ ਦੇ, ਆਪਣੇ ਦਾਸਾਂ ਦੇ, ਸੇਵਕਾਂ ਦੇ ਸ਼ੋਕ ਨੂੰ ਦੂਰ ਕਰੋ ਤੇ ਸਹਿ ਸ਼ੋਕ ਕਰੋ ਜਿਉ ਮੂੜ ਅਗਮਾ ਗੁਮਾਨੀ। ਜਿਹੜੇ ਮੂਰਖ ਵਿਅਕਤੀ ਹਨ, ਆਪ ਜੀ ਦੀ ਨਿੰਦਿਆ ਕਰਨ ਵਾਲੇ ਨਿੰਦਕ ਹਨ, ਉਹਨਾਂ ਨੂੰ ਆਪ ਦੀ ਸ਼ੋਕ ਦੇ ਸਹਿਤ, ਦੁੱਖ ਦੇ ਸਹਿਤ ਭਾਵ ਦੀ ਸ਼ਰਮਿੰਦਾ ਕਰਨਾ ਕਰੋ। ਦੀਨ ਦਇਆਲ ਸਦਾ ਘਰ ਕਾਲ ਸਭੈ ਦੇ ਵਿਸਾਲ ਬਹੀਨ ਕਲੰਕਾ। ਹੇ ਦੀਨਾਂ ਤੇ ਦਇਆ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਸਦਾ ਅਰਕਾਲ, ਸਦਾ ਵੈਰੀਆਂ ਨੂੰ ਨਾਸ਼ ਕਰਨ ਵਾਲੇ, ਸਭ ਤੈ ਵਿਸਾਲ, ਸਾਰਿਆਂ ਤੋਂ ਵੱਡੇ ਤੇ ਵਿਹੀਨ, ਕਲੰਕਾ, ਕਲੰਕ ਤੋਂ ਬਿਨਾ ਵਾਹਿਗੁਰੂ। ਹੇ ਜਨ ਲਾਲ ਪਖੰਡਨ ਸਾਲ ਹੋ ਰਹਿ ਜਮਜਾਲ ਕਰਾਲ ਅਨੰਤਾ। ਹੇ ਜਨ ਲਾਲ, ਹੇ ਪਿਆਰਿਆਂ ਦੇ, ਆਪਣੇ ਸੇਵਕਾਂ ਦੇ ਪਿਆਰੇ ਅਕਾਲ ਪੁਰਖ, ਹੇ ਪਖੰਡਨ ਸਾਲ, ਪਖੰਡਾਂ ਨੂੰ ਨਾਸ਼ ਕਰਨ ਵਾਲੇ, ਸੱਲਣ ਵਾਲੇ, ਹਰੈ ਜਮ ਜਾਲ ਕਰਾਲ ਆਤੰਕਾ। ਕਰਾਲ ਬੜੇ ਹੀ ਭਿਆਨਕ, ਜਿਹੜੇ ਜਮ ਆਦਿਕ ਹਨ, ਉਹਨਾਂ ਨੂੰ ਨਾਸ਼ ਕਰਨ ਵਾਲੇ। ਜੇ ਕਲ ਕਾਲ ਕੁਚਾਲ ਮਹਾ ਅਗ ਜਾਲ ਪਏ ਨਰ ਹੋਇ ਮਤ ਰੰਕਾ। ਜਿਹੜੇ ਕਲਯੁਗ ਦੇ ਸਮੇਂ ਦੇ ਅੰਦਰ ਬੜੇ ਹੀ ਕੁਚਾਲ, ਖੋਟੀ ਚਾਲ ਵਾਲੇ, ਬੜੇ ਪਾਪੀ ਅਤੇ ਮਤ ਮੰਦਾ, ਬੜੇ ਹੀ ਭੈੜੀ ਮਤ ਵਾਲੇ ਜਿਹੜੇ ਮਨੁੱਖ ਹਨ, ਸੋ ਉਬਾਰਨ ਕਾਰਨ ਰਾਵਰ ਕਾਇਆ ਧਰੀ ਮੁਖ ਚਾਰ ਮੁਕਈਆ। ਇਸ ਕਰਕੇ ਉਹਨਾਂ ਨੂੰ ਉਬਾਰਨ ਵਾਸਤੇ, ਉਹਨਾਂ ਮੂੜ ਮੱਤਾਂ ਨੂੰ ਮੱਤ ਦੇਣ ਵਾਸਤੇ, ਸਿੱਧੇ ਰਸਤੇ ਪਾਉਣ ਵਾਸਤੇ, ਉਹਨਾਂ ਦਾ ਉਧਾਰ ਕਰਨ ਵਾਸਤੇ, ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ, ਸੁੰਦਰ ਮੁਖ ਵਾਲੇ ਸਤਿਗੁਰੂ ਜੀ, ਆਪ ਜੀ ਨੇ ਸੰਸਾਰ ਦੇ ਉੱਪਰ ਸਰੀਰ ਧਾਰਨ ਕੀਤਾ ਹੈ। ਦੋਹਰਾ ਆਸ ਪ੍ਰਕਾਰ ਤਨ ਤਜਨ ਕੋ ਕਿਉ ਤੁਮਰੋ ਬਨ ਆਏ। ਤੇ ਫਿਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਫਿਰ ਇਸ ਤਰ੍ਹਾਂ ਆਪ ਜੀਆਂ ਦਾ ਇਸ ਤਰ੍ਹਾਂ ਸੰਸਾਰ ਤੋਂ ਸਰੀਰ ਛੱਡਣ ਦਾ ਕਾਰਨ ਕਿਉਂ ਬਣਦਾ ਹੈ, ਭਾਵ ਕੀ ਨਹੀਂ ਬਣਦਾ ਹੈ। ਕੈਸੇ ਅੰਤਰ ਧਿਆਨ ਭੇ ਆਪ ਹੋ ਦਰਸ ਦਿਖਾਏ। ਆਪ ਜੀ ਕਿਵੇਂ ਅੰਤਰ ਧਿਆਨ ਹੋਏ ਹੋ, ਇਸ ਕਰਕੇ ਆਉਣਾ ਕਰੋ ਸਤਿਗੁਰੂ ਜੀ। ਜਿਸ ਕਾਰਜ ਵਾਸਤੇ ਸੰਸਾਰ ਤੇ ਆਏ ਹੋ, ਉਹ ਕਾਰਜ ਕਰਨਾ ਕਰੋ।
ਇੱਥੇ ਆ ਕਰਕੇ ਸਾਨੂੰ ਦਰਸ਼ਨ ਦੇਣਾ ਕਰੋ। ਬਾਰਜ ਬਨ ਪਰਵਾਰ ਨਿਜ ਸਰਬ ਗਇਓ ਕੁਮਲਾਏ। ਹੇ ਕਮਲ ਵਰਗੇ ਮੁਖੜੇ ਵਾਲੇ ਸਤਿਗੁਰੂ ਗਰੀਬ ਨਵਾਜ, ਆਪ ਜੀਆਂ ਦਾ ਜਿਹੜਾ ਪਰਿਵਾਰ ਹੈ, ਆਪ ਜੀਆਂ ਦਾ ਪਰਿਵਾਰ ਕਮਲ ਦੀ ਦਿਆਈ ਹੈ। ਸਰਬ ਗਇਓ ਕੁਮਲਾਏ, ਉਹ ਸਾਰਾ ਹੀ ਕੁਮਲਾ ਗਿਆ, ਭਾਵ ਮੁਰਝਾ ਗਿਆ ਹੈ। ਹੋਰ ਪ੍ਰਭਾਕਰ ਸੇ ਮਿਲੋ ਬਦਨ ਸੁਛਾਬ ਵਿਕਸਾਏ। ਆਪਣੇ ਮੁਖੜੇ ਨੂੰ ਖੜਾ ਕਰਕੇ ਸਵੇਰ ਹੁੰਦਿਆਂ ਸੂਰਜ ਦੇ ਵਾਂਗ ਆਪ ਜੀ ਆਪਣੇ ਪਰਿਵਾਰ ਨੂੰ ਮਿਲਣਾ ਕਰੋ। ਜਿਵੇਂ ਜਦੋਂ ਸੂਰਜ ਨਿਕਲਦਾ ਹੈ ਤੇ ਜਿਹੜੇ ਕਮਲ ਮੁਰਝਾਏ ਹੋਏ ਹੁੰਦੇ ਹਨ ਉਹ ਸੂਰਜ ਨੂੰ ਦੇਖ ਕਰਕੇ ਖਿੜ ਜਾਂਦੇ ਹਨ, ਇਸ ਤਰ੍ਹਾਂ ਆਪ ਜੀਆਂ ਦਾ ਪਰਿਵਾਰ ਵੀ ਖਿੜ ਜਾਵੇਗਾ। ਦੋਹਰਾ ਬੰਦ ਹਾਥ ਦੁਆ ਬੰਦਹੀ ਤੁਰ ਪਰ ਧਾਰ ਕਰ ਸੀਸ। ਤੇ ਇਸ ਤਰ੍ਹਾਂ ਮਾਤਾ ਜੀ ਬੇਨਤੀ ਕਰਦਿਆਂ ਹੋਇਆਂ ਬੇਬੇ ਨਾਨਕੀ ਜੀ ਦੋਵੇਂ ਹੱਥ ਜੋੜ ਕਰਕੇ ਸਤਿਗੁਰੂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕਰਕੇ ਤੇ ਧਰਤੀ ਦੇ ਉੱਪਰ ਸੀਸ ਨਵਾ ਕਰਕੇ ਨਮਸਕਾਰ ਕਰਦੇ ਹਨ। ਕਰੇ ਪ੍ਰਤੱਗਿਆ ਮੈਂ ਜੋ ਮੁਖ ਪੂਰਾ ਹੈ ਸ੍ਰੀ ਜਗਦੀਸ਼। ਤੇ ਇਸ ਤਰ੍ਹਾਂ ਆਪਣੇ ਹਿਰਦੇ ਵਿੱਚ ਪ੍ਰਤੱਗਿਆ ਕੀਤੀ ਕਿ ਹੇ ਸਤਿਗੁਰੂ ਜੀ, ਜੋ ਮੈਂ ਇਸ ਬੇਨਤੀਆਂ ਕੀਤੀਆਂ ਹਨ, ਜੇ ਇਹ ਭਾਵਨਾ ਸੱਚੀ ਹੈ, ਸ਼ਰਧਾ ਸੱਚੀ ਹੈ ਤੇ ਇਹਨਾਂ ਨੂੰ ਪੂਰਨ ਕਰਨਾ ਕਰੋ। ਸਰਬ ਰੈਨ ਬਿਨ ਸੈਨ ਕੇ ਕਹਿਤ ਸੋ ਜਸ ਕੇ ਬੈਨ। ਤੇ ਫਿਰ ਬੇਬੇ ਨਾਨਕੀ ਜੀ ਸਾਰੀ ਰਾਤ ਬਿਨਾਂ ਸੁੱਤਿਆਂ ਹੋਇਆ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਦੀ ਸ੍ਰੇਸ਼ਟ ਵਡਿਆਈ ਕਰਦਿਆਂ ਬਤੀਤ ਕੀਤੀ ਹੈ। ਰਾਤ ਅਰਾ ਧਤ ਪ੍ਰੀਤ ਕਰ ਹਿਰਦੈ ਚਿਤਵ ਗੁਣ ਐਨ। ਆਪਣੇ ਭਰਾਤਾ ਨੂੰ ਹਿਰਦੇ ਵਿੱਚ ਆਰਾਧਿਆਂ ਹੋਇਆਂ ਬੜੇ ਪ੍ਰੇਮ ਦੇ ਨਾਲ ਪ੍ਰੇਮ ਕਰਕੇ ਗੁਣਾਂ ਦੇ ਘਰ ਵਾਹਿਗੁਰੂ ਪਰਮਾਤਮਾ ਨੂੰ ਹਿਰਦੇ ਵਿੱਚ ਚੇਤੇ ਕਰਦੇ ਹਨ। ਆਸ ਪ੍ਰਕਾਰ ਪੀਤ ਪੁਰ ਵਿਖਾ ਸੁਨੋ ਬਹੁਰ ਕਰ ਗਾਠ। ਤੇ ਇਸ ਤਰ੍ਹਾਂ ਭਾਈ ਬਾਲਾ ਜੀ ਕਹਿੰਦੇ ਹਨ, ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਨਗਰ ਦੇ ਵਿੱਚ ਇਸ ਤੋਂ ਬਾਅਦ ਐਵੇਂ ਹੋਇਆ, ਇਸ ਪ੍ਰਕਾਰ ਅੱਗੇ ਗਾਥਾ ਹੋਣਾ ਕੀਤੀ ਹੈ। ਹੇ ਸਤਿਗੁਰੂ ਜੀ, ਇਹ ਗੁਰੂ ਦੀ ਕਥਾ ਨੂੰ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਕਥਾ ਨੂੰ ਅੱਗੇ ਸਰਵਣ ਕਰਨਾ ਕਰੋ। ਕਾਵ ਸੰਤੋਖ ਸਿੰਘ ਸਿਮਰ ਨਿਤ ਬੰਦੋ ਤੁਰ ਪਦ ਮਾਥ। ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਇਸ ਪਾਵਨ ਅਧਿਆਏ ਦੀ ਸਮਾਪਤੀ ਕਰਦਿਆਂ ਬਖਸ਼ਿਸ਼ ਕਰਦੇ ਹਨ ਕਿ ਕਵੀ ਸੰਤੋਖ ਸਿੰਘ ਜੀ ਸਿਮਰ ਨਿਤ ਬੰਦ ਧਰ ਪਦ ਮਾਥ। ਨਮਸਕਾਰ ਕਰਦੇ ਹਾਂ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਅਸੀਂ ਨਿਤਾ ਪ੍ਰਤੀ ਸਤਿਗੁਰੂ ਗਰੀਬ ਜੀਵਾਨੀਆਂ ਚੇਤੇ ਕਰਕੇ ਧਰਤੀ ਦੇ ਉੱਪਰ ਸੀਸ ਨਿਵਾ ਕਰਕੇ ਉਹਨਾਂ ਨੂੰ ਮੱਥਾ ਟੇਕਦੇ ਹਾਂ, ਉਹਨਾਂ ਨੂੰ ਨਿਤਾ ਪ੍ਰਤੀ ਯਾਦ ਕਰਨਾ ਕਰਦੇ ਹਾਂ। ਹੁਣ ਇਸ ਤੋਂ ਅੱਗੇ ਜਿਵੇਂ ਸਤਿਗੁਰੂ ਗਰੀਬ ਨਵਾਜ ਵੇਈ ਨਦੀ ਤੋਂ ਬਾਹਰ ਆਉਂਦੇ ਹਨ, ਜਿਵੇਂ ਆ ਕਰਕੇ ਸਤਿਗੁਰੂ ਗਰੀਬ ਨਵਾਜ ਸਿੱਖਾਂ ਨੂੰ ਉਪਦੇਸ਼ ਦਿੰਦੇ ਹਨ, ਅੱਗੇ ਜਿਵੇਂ ਕਥਾ ਵਿਚਾਰ ਆਉਂਦੀ ਹੈ ਆਉਣ ਵਾਲੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਾਂਗੇ। ਸਤਿਗੁਰੂ ਗਰੀਬ ਨਵਾਜ ਕਿਰਪਾ ਕਰਨ। ਇੱਥੋਂ ਤੱਕ ਪਾਵਨ ਗੁਰ ਇਤਿਹਾਸ ਦੀ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਅਗਾਹਾਂ ਤੋਂ ਸਤਿਗੁਰੂ ਜੀ ਸਮਤ ਬਖਸ਼ਣ ਜੀ। ਆਸ ਪ੍ਰਕਾਰ ਪੀਪੁਰ ਵਿਖਾ ਸੁਨੋ ਬੋਰ ਗੁਰ ਗਾਥੋ। ਕਾਵ ਸੰਤੋਖ ਸਿੰਘ ਸਿਮਰ ਨਿਤ ਬੰਦੋ ਧਰ ਪਦ ਮਾਥ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।